किताब विपरन की रीत तो सच दा मार्ग भाग 6वां। दूजे कांड का दूजा भाग पंथक रहत मर्यादा अते डेरावाद अते तीजा भाग भिंडरां वाले डेरेदारां दी अपनी गुरमत मर्यादा। लेखक सरदार गुरबख्श सिंह काला अफगाना, आवाज़ गुरजंट सिंह रूपोवाली। वाहिगुरू जी का खालसा, वाहिगुरू जी की फतेह। पंथक रहत मर्यादा अते डेरावाद। पुस्तक के तीजे भाग के आरंभक लेख में पढ़ आए हाँ कि 18वीं सदी में ही ब्राह्मण अमरधारी ਸਿੰਘਾਂ ਦਾ बुरका पा के बुढ़ा दल ਵਿੱਚ आ ਵੜਿਆ ਸੀ ਅਤੇ ਸਿੰਘ ਨੂੰ ਗੁਰੂ ਬਾਣੀ ਗਿਆਨ ਤੋਂ ਵਾਂਝੇ ਰੱਖਣ ਵਾਲੀ ਮਰਜ਼ਾਦਾ ਬੜੀ ਸਫਲਤਾ ਨਾਲ ਪੰਥ ਵਿੱਚ ਵਾੜ ਚੁੱਕਿਆ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਬ੍ਰਾਹਮਣ ਲਗਭਗ ਸਾਰੇ ਇਤਿਹਾਸਕ ਅਥਵਾ ਕੇਂਦਰੀ ਗੁਰਦੁਆਰਿਆਂ ਦੇ ਸੰਚਾਲਕ ਆ ਬਣੇ ਸਨ। ਉਹਨਾਂ ਨੇ ਗੁਰਮਤ ਸਿਧਾਂਤ ਦੇ ਥਾਂ ਲਗਭਗ ਸਾਰੇ ਬ੍ਰਾਹਮਣੀ ਫੋਕਟ ਕਰਮਕਾਂਡ ਪੰਥਕ ਮਰਜ਼ਾਦਾ ਵਿੱਚ ਸ਼ਾਮਲ ਕਰ ਦਿੱਤੇ ਸਨ। ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 7 ਥਾਵਾਂ 'ਤੇ ਮੂਰਤੀਆਂ ਦੀ ਵੀ ਪੂਜਾ ਕਰਾਈ ਜਾਂਦੀ ਸੀ। ਹਿੰਦੂ ਧਰਮ ਵਾਲੇ ਕਰਮਕਾਂਡੀ ਸੰਸਕਾਰ ਸਮਾਗਮ ਰਚਾਉਣ ਦਾ ਰਿਵਾਜ਼ ਲਗਭਗ ਸਾਰੇ ਪੰਥ ਨੇ ਕਬੂਲ ਕਰ ਲਿਆ ਹੋਇਆ ਸੀ। ਅਕਾਲੀ ਲਹਿਰ ਨੇ ਗੁਰੂ ਘਰਾਂ ਨੂੰ ਮਹੰਤਾਂ ਦੀ ਪਕੜ ਤੋਂ ਆਜ਼ਾਦ ਕਰਵਾਇਆ। ਸਿੰਘ ਸਭਾ ਨੇ ਪੰਥ ਨੂੰ ਬ੍ਰਾਹਮਣੀ ਰੀਤਾਂ ਤੋਂ ਮੁਕਤ ਕਰਾਉਣ ਦਾ ਬਹੁਮੁੱਲਾ ਯਤਨ ਤਾਂ ਜ਼ਰੂਰ ਕੀਤਾ, ਪਰ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਗਿਆਤਾ ਅਥਵਾ ਗੁਰਮਤ ਵਿੱਚ ਵਿਦਵਾਨ ਬਣਾਉਣ ਵਾਸਤੇ ਕੋਈ ਪ੍ਰਬੰਧ ਨਾ ਹੋ ਸਕਿਆ। ਲੋੜ ਸੀ ਉਸੇ ਤਰ੍ਹਾਂ ਦੇ ਵਿਦਿਆਲੇ ਚਾਲੂ ਕਰਨ ਦੀ ਜਿਵੇਂ ਈਸਾਈਆਂ ਨੇ ਬਾਈਬਲ ਪੜ੍ਹਾਉਣ ਦੇ ਅੱਡਰੇ ਪ੍ਰਬੰਧ ਕੀਤੇ ਹੋਏ ਹਨ। ਇਹੀ ਬੜੀ ਵੱਡੀ ਪੰਥਕ ਬਦਕਿਸਮਤੀ ਵਾਲੀ ਅਣਗਹਿਲੀ ਸੀ ਜੋ ਗੁਰਮਤ ਪ੍ਰਚਾਰ ਵਰਗਾ ਬੜਾ ਜ਼ਰੂਰੀ ਕਾਰਜ ਡੇਰੇਦਾਰਾਂ ਸਾਧਾਂ ਸੰਤਾਂ ਗੋਚਰਾ ਬਣ ਜਾਣ ਦੀ ਖੁੱਲ੍ਹ ਦਿੱਤੀ ਗਈ ਅਤੇ ਫਿਰ ਸੰਤ ਡੇਰੇਦਾਰਾਂ ਦਾ ਪੰਥ ਵਿੱਚ ਰਸੂਖ ਪੱਕੇ ਤੋਂ ਪੱਕਾ ਕਰੀ ਰੱਖਣ ਲਈ ਸ਼੍ਰੋਮਣੀ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਦੀ ਉਸਾਰੀ ਦੀ ਸੇਵਾ ਵੀ ਸਾਧਾਂ ਸੰਤਾਂ ਦੇ ਹਵਾਲੇ ਕਰ ਦਿੱਤੀ। ਮਾਇਆ ਦੀ ਅੰਨੀ ਉਗਰਾਹੀ ਕਰ ਲੈਣ ਦੇ ਨਾਲ ਸੇਵਾ ਕਰਵਾ ਰਹੇ ਸਾਧ ਡੇਰੇਦਾਰ ਬਾਰੇ ਹਰ ਪਾਸੇ ਧੰਨ ਧੰਨ ਹੋਣ ਲੱਗ ਪਈ। ਇਹ ਅਣਗਹਿਲੀ ਪੰਥ ਲਈ ਆਤਮਘਾਤ ਕਰ ਲੈਣ ਵਾਲੀ ਖਤਰਨਾਕ ਭੁੱਲ ਸੀ। ਪੰਥਕ ਤੌਰ 'ਤੇ ਇਹ ਭਰਮ ਕਬੂਲ ਕਰ ਲਿਆ ਕਿ ਸਾਧ ਭੇਖ ਵਾਲੇ ਡੇਰੇਦਾਰ ਪੂਰਨ ਤੌਰ 'ਤੇ ਗੁਰਮਤਿ ਦੇ ਗਿਆਤਾ ਹਨ, ਜੋ ਪੰਥ ਦੇ ਸੱਚੇ ਹਤੈਸ਼ੀ ਅਤੇ ਸਿੱਖ ਧਰਮ ਦੇ ਬੜੇ ਲਾਹੇਵੰਦ ਪ੍ਰਚਾਰਕ ਹਨ। ਪਰ ਅਸਲ ਵਿੱਚ ਗੁਰਮਤਿ ਗਿਆਨ ਤੋਂ ਲਗਭਗ ਕੋਰੇ ਸਾਧਾਂ ਦੇ ਡੇਰੇ ਗੁਰੂ ਦਰਬਾਰ ਵਿੱਚ ਝੂਠੀਆਂ ਕਹਾਣੀਆਂ ਦੁਆਰਾ ਸਿੱਖਾਂ ਵਿੱਚ ਬ੍ਰਾਹਮਣੀ ਮਰਜ਼ਾਦਾ ਦਾ ਪ੍ਰਚਾਰ ਕਰੀ ਰੱਖਣ ਵਾਲੇ ਪੰਥ ਦੇ ਸੱਜਣ ਨਹੀਂ ਹਨ। ਸਾਧਾਂ ਸੰਤਾਂ ਪ੍ਰਤੀ ਬਣ ਚੁੱਕੇ ਝੂਠੇ ਭਰਮ ਦੇ ਕਾਰਨ ਡੇਰੇਦਾਰਾਂ ਦੀ ਪਕੜ ਦਿਨੋਂ ਦਿਨ ਵੱਧਦੀ ਗਈ। ਜਿਸ ਵਿਪਰਨ ਦੀ ਰੀਤ ਤੋਂ ਬਚੇ ਰਹਿਣ ਦਾ ਗੁਰੂ ਉਪਦੇਸ਼ ਸੀ, ਇਹ ਸਾਧ ਡੇਰੇ ਉਸ ਗੁਰਮਤਿ ਵਿਰੋਧੀ ਪੁਰੋਤਾਵਾਦੀ ਰੀਤ ਨੂੰ ਪੰਥ ਵਿੱਚ ਨਿਰੰਤਰ ਵਾਲੀ ਰੱਖਣ ਦੇ ਪੱਕੇ ਅੱਡੇ ਬਣ ਗਏ। ਇਸ ਘਾਤਕ ਜਾਲ ਦੀਆਂ ਖਤਰਨਾਕ ਗੁੰਝਲਾਂ ਵਿੱਚੋਂ ਸਹੀ ਸਲਾਮਤ ਬਾਚਰ ਨਿਕਲਣਾ ਪੰਥ ਲਈ ਅਸੰਭਵ ਬਣਦਾ ਤੁਰਿਆ ਜਾਣ ਦਾ ਵੱਡਾ ਕਾਰਨ ਪੰਥ ਦੇ ਜਥੇਦਾਰ ਦੀ ਲਾਪਰਵਾਹੀ ਹੈ। ਪੰਥ ਦੇ ਸਰਬਰਾਹਾਂ ਨੇ 1945 ਵਿੱਚ ਕੇਂਦਰੀ ਰਹਿਤ ਮਰਜ਼ਾਦਾ ਜਾਰੀ ਕੀਤੀ। ਭਾਵੇਂ ਇਹ ਮਰਜ਼ਾਦਾ ਵੀ ਗੁਰਸਿੱਖ ਨੂੰ ਵਿਪਰਨ ਕੀ ਰੀਤ ਤੋਂ ਬਚਾਈ ਰੱਖਣ ਦੀ ਸਮਰੱਥਾ ਤੋਂ ਹੀਣੀ ਸੀ, ਪਰ ਫਿਰ ਵੀ ਪੰਥ ਨੂੰ ਕੇਵਲ ਇੱਕ ਮਰਜ਼ਾਦਾ ਵਾਲਾ ਬਣਾਉਣ ਲਈ ਬੜਾ ਲਾਹੇਵੰਦ ਯਤਨ ਸੀ। ਉਸ ਰਹਿਤ ਮਰਜ਼ਾਦਾ ਵਿੱਚ ਜਨਮ ਸੰਸਕਾਰ ਦੀ ਸੰਖੇਪ ਜਹੀ ਪੰਥਕ ਮਰਜ਼ਾਦਾ ਵਿੱਚ ਉਚੇਚੇ ਦਾਨ ਪੁੰਨ ਅਥਵਾ ਪ੍ਰੀਤੀ ਭੋਜਨਾਂ 'ਤੇ ਖਰਚ ਕਰਨ ਦਾ ਜ਼ਿਕਰ ਨਹੀਂ ਹੈ। ਸੂਤਕ ਆਦਿ ਦੇ ਭਰਮਾਂ ਦੀ ਖੰਡਣਾ ਕਰਕੇ ਗੁਰਮਤਿ ਗਿਆਨ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਹੈ, ਪਰ ਅਜਿਹੇ ਯਤਨ ਦਾ ਕੀ ਲਾਭ ਰਹਿ ਗਿਆ ਜਦ ਉਸ ਰਹਿਤ ਮਰਜ਼ਾਦਾ ਦੇ ਟਾਕਰੇ 'ਤੇ ਡੇਰੇਦਾਰਾਂ ਨੇ ਆਪਣੀ ਮਰਜ਼ਾਦਾ ਦੀ ਅਜਿਹੀ ਪੁਸਤਕ ਛਾਪ ਕੇ ਪੰਥ ਵਿੱਚ ਵੰਡਣੀ ਆਰੰਭ ਕੀਤੀ ਹੋਈ ਹੋਵੇ ਜਿਸ ਦਾ ਪ੍ਰਭਾਵ ਪੰਥਕ ਮਰਜ਼ਾਦਾ ਨਾਲੋਂ ਵੱਧ ਹੋਵੇ ਅਤੇ ਸਤਿਕਾਰੀ ਜਾ ਰਹੀ ਹੋਵੇ। ਨੰਬਰ 3, ਭਿੰਡਰਾਂ ਵਾਲੇ ਡੇਰੇਦਾਰਾਂ ਦੀ ਆਪਣੀ ਗੁਰਮਤਿ ਮਰਜ਼ਾਦਾ। ਆਪਣੀ ਅੱਡਰੀ ਡਿੱਠ ਬਣਾ ਕੇ ਠੱਗੀਆਂ ਮਾਰਨ ਗਿੱਝੇ ਸਾਧ ਡੇਰੇਦਾਰਾਂ ਨੂੰ ਪੰਥ ਦੀ ਬਣਾਈ ਮਰਜ਼ਾਦਾ ਕਿਵੇਂ ਚੰਗੀ ਲੱਗ ਸਕਦੀ ਸੀ। ਪੰਥਕ ਮਰਜ਼ਾਦਾ ਦੇ ਬਣ ਜਾਣ ਤੋਂ ਕਰੀਬ 30 ਸਾਲ ਪਿੱਛੋਂ ਭਿੰਡਰਾਂ ਵਾਲੇ ਡੇਰੇ ਦੇ ਮੁਖੀ ਸੰਤ ਗੁਰਬਚਨ ਸਿੰਘ ਨੇ ਆਪਣੀ ਅੱਡਰੀ ਗੁਰਮਤਿ ਰਹਿਤ ਮਰਜ਼ਾਦਾ ਦੀ ਪੁਸਤਕ ਛਾਪ ਕੇ ਪੰਥ ਵਿੱਚ ਵੰਡ ਦਿੱਤੀ। ਪੰਥਕ ਰਹਿਤ ਮਰਜ਼ਾਦਾ ਵਾਲੀ ਸੰਖੇਪ ਜਹੀ ਜਨਮ ਸੰਸਕਾਰ ਮਰਜ਼ਾਦਾ ਉਹਨਾਂ ਨੂੰ ਪਸੰਦ ਨਹੀਂ ਸੀ।
ਉਹਨਾਂ ਨੇ ਜਨਮ ਸੰਸਕਾਰ ਦੇ ਨਾਲ ਵਿਦਿਆ ਸੰਸਕਾਰ ਹੋਰ ਜੋੜ ਕੇ 20 ਸਫ਼ਿਆਂ ਦੀ 27 ਸਫ਼ੇ ਤੋਂ 46 ਸਫ਼ੇ ਤੱਕ ਲੰਬੀ ਚੌੜੀ ਮਰਜ਼ਾਦਾ ਲਿਖ ਦਿੱਤੀ। ਪੰਥਕ ਮਰਜ਼ਾਦਾ ਦੀ 2.5 ਸਫ਼ਿਆਂ ਵਾਲੀ ਆਨੰਦ ਮਰਜ਼ਾਦਾ ਦੇ ਟਾਕਰੇ ਤੇ ਭਿੰਡਰਾਂ ਵਾਲਿਆਂ ਦੀ ਆਨੰਦ ਸੰਸਕਾਰ ਦੀ ਮਰਜ਼ਾਦਾ 112 ਸਫ਼ੇ ਤੋਂ 150 ਸਫ਼ੇ ਤਾਈਂ 39 ਸਫ਼ਿਆਂ ਵਿੱਚ ਹੈ। ਪੰਥਕ ਮਰਜ਼ਾਦਾ ਵਿਚਲੇ ਮ੍ਰਿਤਕ ਸੰਸਕਾਰ 2 ਸਫ਼ਿਆਂ ਤੋਂ ਘੱਟ ਦੇ ਟਾਕਰੇ ਤੇ ਸੰਤਾਂ ਦੀ ਕਿਤਾਬ ਵਿਚਲੇ ਅੰਤਮ ਸੰਸਕਾਰ 151 ਸਫ਼ੇ ਤੋਂ 165 ਸਫ਼ੇ ਤੱਕ 15 ਸਫ਼ਿਆਂ ਤੇ ਹੈ ਅਤੇ ਅੰਮ੍ਰਿਤ ਸੰਸਕਾਰ ਵਾਲੀ ਪੰਥਕ ਮਰਜ਼ਾਦਾ ਦੇ 5 ਸਫ਼ਿਆਂ ਦੇ ਟਾਕਰੇ ਤੇ 47 ਸਫ਼ੇ ਤੋਂ ਲੈ ਕੇ 111 ਸਫ਼ੇ ਤਾਈਂ 65 ਸਫ਼ਿਆਂ ਵਿੱਚ ਹੈ। ਦਾਸ ਵੱਲੋਂ ਲਿਖਿਆ ਅਜਿਹਾ ਵੇਰਵਾ ਪੜ੍ਹ ਕੇ ਸੰਤਾਂ ਮਹਾਂਪੁਰਖਾਂ ਦੇ ਇੱਕ ਸ਼ਰਧਾਲੂ ਪ੍ਰੇਮੀ ਨੇ ਇਤਰਾਜ਼ ਕੀਤਾ ਕਿ ਸੰਸਕਾਰਾਂ ਦੀ ਮਰਜ਼ਾਦਾ ਲਿਖਦਿਆਂ ਪੰਥਕ ਮਰਜ਼ਾਦਾ ਨਾਲੋਂ ਸੰਤਾਂ ਨੇ ਜੇ ਕੁਝ ਵੱਧ ਲਿਖਿਆ ਹੈ ਤਾਂ ਜ਼ਰੂਰੀ ਹੈ ਕਿ ਉਹਨਾਂ ਨੇ ਅਨਮੋਲ ਬਚਨ ਹੀ ਲਿਖੇ ਹੋਣਗੇ। ਸੰਤਾਂ ਮਹਾਂਪੁਰਖਾਂ ਦੇ ਅਨਮੋਲ ਬਚਨ ਤਾਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੇ ਹਨ। ਹੋਰ ਵੀ ਵਿਸਥਾਰ ਨਾਲ ਗੁਰਮਤਿ ਮਰਜ਼ਾਦਾ ਲਿਖ ਕੇ ਸੰਤਾਂ ਨੇ ਸਗੋਂ ਸਾਡੇ 'ਤੇ ਉਪਕਾਰ ਕੀਤਾ ਹੈ ਆਦਿ। ਇਸ ਤੋਂ ਖਿਆਲ ਆਇਆ ਕਿ ਕਈ ਹੋਰ ਪਾਠਕ ਸ਼ਰਧਾਲੂਆਂ ਦੇ ਮਨਾਂ ਵਿੱਚ ਵੀ ਅਜਿਹੇ ਸ਼ੰਕੇ ਉਪਜਣੇ ਕੁਦਰਤੀ ਹਨ, ਸੋ ਸੰਤਾਂ ਦੇ ਲਿਖੇ ਬਾਰੇ ਸੰਖੇਪ ਵਿਚਾਰ ਪਾਠਕਾਂ ਨਾਲ ਸਾਂਝੇ ਕਰ ਲੈਣ ਦੀ ਜ਼ਰੂਰਤ ਸਮਝੀ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਪਾਠਕਾਂ ਨੇ ਪੜ੍ਹਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਭਾਈ ਗੁਰਦਾਸ ਜੀ 200 ਸਾਲ ਤੋਂ ਵੱਧ ਸਮੇਂ ਦੀ ਸਿਖਲਾਈ ਨਾਲ ਗੁਰਮਤਿ ਮਰਜ਼ਾਦਾ ਦਾ ਪੱਕਾ ਧਾਰਨੀ ਹੋ ਕੇ ਨਾਮ ਰਸੀਆ ਅਤੇ ਕੁਰਬਾਨੀਆਂ ਦਾ ਪੁਤਲਾ ਬਣ ਚੁੱਕਾ ਸੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਸੀਸ ਭੇਟ ਕਰਕੇ ਗੁਰਦੇਵ ਜੀ ਦਾ ਵਿਸ਼ਵਾਸ ਜਿੱਤਿਆ ਸੀ। ਉਸੇ ਖਾਲਸੇ ਨੂੰ ਸੰਬੋਧਨ ਕਰਕੇ ਦਸਮ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਸੀ। ਉਸ ਦਾ ਸੰਖੇਪ ਇਸ ਪ੍ਰਕਾਰ ਹੈ। ਹੇ ਖਾਲਸਾ ਜੀਓ, ਅਕਾਲ ਪੁਰਖ ਦੀ ਕਿਰਪਾ ਨਾਲ ਤੁਹਾਨੂੰ ਸਾਰੇ ਦਾ ਸਾਰਾ ਆਤਮਿਕ ਤੇਜ ਪ੍ਰਤਾਪ ਮਿਲ ਚੁੱਕਾ ਹੈ। ਇਸ ਤਰ੍ਹਾਂ ਦੁਨਿਆਵੀ ਰਾਜ ਭਾਗ ਦਾ ਨਿਰਾਲਾ ਤੇਜ ਪ੍ਰਤਾਪ ਵੀ ਤੁਹਾਨੂੰ ਮਿਲ ਜਾਣਾ ਹੈ। ਪਰ ਹੇ ਖਾਲਸਾ ਜੀਓ, ਇਹ ਸਾਰਾ ਤੇਜ ਪ੍ਰਤਾਪ ਤੇਰੇ ਕੋਲ ਉਨਾ ਚਿਰ ਹੀ ਰਹਿਣਾ ਹੈ ਜਿੰਨਾ ਚਿਰ ਤੂੰ ਮੇਰੀ ਬਣਾਈ ਮਰਜ਼ਾਦਾ ਦੁਆਰਾ ਮਿਲਿਆ ਨਿਆਰਾ ਆਚਰਣ ਸਾਂਭੀ ਰੱਖੇਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜੇ ਤੂੰ ਮੁੜ ਉਹੀ ਬ੍ਰਾਹਮਣੀ ਰੀਤੀ ਰਿਵਾਜ ਦੀ ਜਿਲਣ ਵਿੱਚ ਜਾ ਫਸਿਆ, ਜਿਸ ਵਿੱਚੋਂ ਤੈਨੂੰ ਕੱਢਣ ਲਈ ਮੈਨੂੰ 10 ਸਰੂਪਾਂ ਵਿੱਚੋਂ ਵਿਚਰਨਾ ਪਿਆ ਅਤੇ ਕਈ ਕੁਰਬਾਨੀਆਂ ਦੇਣੀਆਂ ਪਈਆਂ ਸਨ, ਤਾਂ ਫਿਰ ਮੈਂ ਤੈਨੂੰ ਆਪ ਹੁਦਰਾ ਅਕਿਰਤਕਣ ਅਤੇ ਬੇਪਰਤੀਤਾ ਮੰਨ ਕੇ ਦੁਰਕਾਰ ਦੇਣਾ ਹੈ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਰਥਾਤ ਸਾਧ ਸੰਤ ਜਪੀ ਤਪੀ ਭਾਵੇਂ ਕੋਈ ਵੀ ਹੋਵੇ, ਜੇ ਉਹ ਵਿਪਰਨ ਕੀ ਰੀਤ ਦਾ ਧਾਰਨੀ ਹੈ ਤਾਂ ਉਹ ਗੁਰੂ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਹੈ। ਇਸੇ ਤਰ੍ਹਾਂ ਹੀ ਕੋਈ ਲੇਖ ਭਾਵੇਂ ਕਿੱਡਾ ਵੀ ਵਧੀਆ ਗਿਆਨ ਦੇਣ ਵਾਲਾ ਅਥਵਾ ਬੜਾ ਕੀਮਤੀ ਸਿੱਖਿਆ ਦੇਣ ਵਾਲਾ ਹੋਵੇ, ਪਰ ਜੇ ਉਸ ਵਿੱਚੋਂ ਵਿਪਰਨ ਕੀ ਰੀਤ ਦੇ ਧਾਰਨੀ ਹੋਣ ਦਾ ਮਾੜਾ ਮੋਟਾ ਵੀ ਭਰਮ ਬਣਦਾ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਅਜਿਹਾ ਲੇਖ ਕੜਾਹ ਪ੍ਰਸ਼ਾਦ ਵਿੱਚ ਲਪੇਟਿਆ ਘਾਤਕ ਸੰਖੀਆ ਹੈ। ਸੰਤਾਂ ਦੀ ਲਿਖੀ ਗੁਰਮਤਿ ਰਹਿਤ ਮਰਜ਼ਾਦਾ ਦਾ ਟਾਕਰਾ ਪੰਥਕ ਰਹਿਤ ਮਰਜ਼ਾਦਾ ਨਾਲ ਕਰਕੇ ਦਾਸ ਨੇ ਜੋ ਕਹਿਣਾ ਚਾਹਿਆ ਹੈ ਉਸ ਦਾ ਵੇਰਵਾ ਇਸ ਪ੍ਰਕਾਰ ਹੈ। ਪਾਗੂੜਾ ਪੰਥਕ ਰਹਿਤ ਮਰਜ਼ਾਦਾ ਦੇ 13 ਸਫ਼ੇ 'ਤੇ ਸਪਸ਼ਟ ਕੀਤਾ ਹੋਇਆ ਹੈ ਕਿ ਕਥਾ ਕੀਰਤਨ ਦਾ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ, ਪਰ ਸੰਤਾਂ ਦੀ ਲਿਖੀ ਗੁਰਮਤਿ ਰਹਿਤ ਮਰਜ਼ਾਦਾ ਪੁਸਤਕ ਵਿੱਚ ਵਿਪਰਨ ਕੀ ਰੀਤ ਨਾਲ ਜੋੜਨ ਵਾਲੀਆਂ ਅਜਿਹੀਆਂ ਕਥਾ ਕਹਾਣੀਆਂ ਹਨ ਜੋ ਕੇਵਲ ਕਲਪਨਾ ਦੀ ਉਪਜ, ਸਾਰਾ ਝੂਠ ਦਾ ਪ੍ਰਚਾਰ ਹੀ ਹੈ। ਰਿੱਧੀਆਂ ਸਿੱਧੀਆਂ ਦਾ ਗੁਰਮਤਿ ਵਿਰੋਧੀ ਭਰਮ ਪੰਥ ਵਿੱਚ ਪਕਾਉਣ ਵਾਲੀਆਂ ਇਹ ਕਹਾਣੀਆਂ ਬੜੀਆਂ ਭਰਮਾਊ ਹੋਣ ਦੇ ਕਾਰਨ ਅਗਿਆਨਤਾ ਫੈਲਾਉਣ ਦਾ ਪ੍ਰਭਾਵਸ਼ਾਲੀ ਸਾਧਨ ਬਣ ਰਹੀਆਂ ਹਨ। ਉਦਾਹਰਣ ਵਜੋਂ ਜਨਮ ਸੰਸਕਾਰ ਲੇਖ ਵਿੱਚ ਪੁਸਤਕ ਦੇ 27 ਸਫ਼ੇ 'ਤੇ ਝੂਠ ਕਹਾਣੀ ਨੂੰ ਗੁਰਮਤਿ ਅਨੁਸਾਰ ਹੋਣ ਦਾ ਭੁਲੇਖਾ ਪਾਉਣ ਲਈ ਕਹਾਣੀ ਦੇ ਆਰੰਭ ਵਿੱਚ ਪਹਿਲਾਂ ਗੁਰਬਾਣੀ ਦੀ ਤੁਖ ਲਿਖੀ ਹੋਈ ਹੈ। ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਾ ਪਰਵਾਨਿਆ। ਅੱਗੇ ਕਹਾਣੀ ਇਸ ਪ੍ਰਕਾਰ ਦੇ ਗੁਣ ਜਿਨ੍ਹਾਂ ਬੀਬੀਆਂ ਵਿੱਚ ਹਨ ਉਹ ਪਤੀ ਵਰਤਾ ਧਰਮ ਵਾਲੀਆਂ ਹਨ। ਜਿਵੇਂ ਮਾਤਾ ਸੇਵਾ ਜੀ, ਜਿਸ ਦੇ ਨਾਮ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਾਈ ਸੇਵਾ ਬਾਜ਼ਾਰ ਹੈ। ਇਹ ਮਾਤਾ ਕਾਬਲ ਤੋਂ ਸ਼ਕਤੀ ਨਾਲ ਆ ਕੇ
ਸ੍ਰੀ ਗੋਇੰਦਵਾਲ ਸਾਹਿਬ ਦੀ ਸੇਵਾ ਕਰਦੇ ਰਹੇ। ਇਸ ਦੇ ਵਿੱਚ ਐਡੇ ਗੁਣ ਤੇ ਵਡਿਆਈ ਸੀ। ਕਾਬਲ ਤੋਂ ਹਰ ਰੋਜ਼ ਗੱਡੀ ਦੁਆਰਾ ਆਉਣਾ ਵੀ ਔਖਾ ਹੈ। ਇਹ ਮਾਤਾ ਜੀ ਵਿੱਚ ਪਤੀ ਵਰਤਾ ਕਰਕੇ, ਪਤੀ ਦੇ ਆਗਿਆਕਾਰੀ ਕਰਕੇ, ਸ੍ਰੀ ਬੌਲੀ ਸਾਹਿਬ ਦੀ ਪਵਿੱਤਰ ਸੇਵਾ ਕਰਕੇ ਐਡੀ ਵੱਡੀ ਤਾਕਤ ਸੀ ਕਿ ਕਾਬਲ ਵਿੱਚੋਂ ਸ਼ਕਤੀ ਨਾਲ ਹਰ ਰੋਜ਼ ਆ ਕੇ ਸੇਵਾ ਕਰਿਆ ਕਰਦੇ ਸਨ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਪੁੱਛਿਆ, ਹੈ ਬੀਬੀ ਜੀ, ਸਿੱਖ ਸ਼ੰਕਾ ਕਰਦੇ ਹਨ ਕਿ ਮਾਈ ਸ਼ਾਮ ਨੂੰ ਗੁਪਤ ਹੋ ਜਾਂਦੀ ਹੈ ਤੇ ਸਵੇਰੇ ਪ੍ਰਗਟ ਹੋ ਜਾਂਦੀ ਹੈ, ਸਾਰਿਆਂ ਨੂੰ ਦੱਸੋ। ਮਾਈ ਨੇ ਬੇਨਤੀ ਕੀਤੀ, ਗਰੀਬ ਨਵਾਜ਼ੀ, ਮੇਰੇ ਪਤੀ ਨੇ ਆਪ ਜੀ ਦੀ ਗੁਰਸਿੱਖੀ ਧਾਰਨ ਕੀਤੀ ਹੈ। ਮੈਂ ਵੀ ਆਪ ਜੀ ਦੀ ਸਿੱਖੀ ਧਾਰਨ ਕੀਤੀ ਹੈ। ਮੈਂ ਪਤੀ ਵਰਤ ਧਰਮ ਵਿੱਚ ਪੱਕੀ ਹਾਂ। ਮੈਂ ਪਤੀ ਦੀ ਆਗਿਆ ਹਮੇਸ਼ਾ ਮੰਨਦੀ ਹਾਂ। ਆਪ ਜੀ ਦਾ ਜਿਸ ਵਕਤ ਹੁਕਮਨਾਮਾ ਪੁੱਜਿਆ ਕਿ ਸੰਗਤਾਂ ਬੌਲੀ ਸਾਹਿਬ ਦੀ ਪਵਿੱਤਰ ਸੇਵਾ ਕਰਨ, ਮੈਂ ਹੁਕਮਨਾਮਾ ਸੁਣਿਆ, ਆਪਣੇ ਪਤੀ ਤੋਂ ਸੇਵਾ ਦੀ ਆਗਿਆ ਮੰਗੀ ਕਿ ਮੈਂ ਸ੍ਰੀ ਬੌਲੀ ਸਾਹਿਬ ਦੀ ਸੇਵਾ ਵਿੱਚ ਜਾਇਆ ਕਰਾਂਗੀ। ਇਹ ਸੁਣ ਕੇ ਉਹਨਾਂ ਮੈਨੂੰ ਆਗਿਆ ਦੇ ਦਿੱਤੀ। ਹੁਣ ਮੇਰੇ ਵਿੱਚ ਆਪ ਜੀ ਦੀ ਬਖਸ਼ਿਸ਼ ਹੈ, ਐਡੀ ਸ਼ਕਤੀ। ਮੈਂ ਆਪ ਜੀ ਦੀ ਕਿਰਪਾ ਦੁਆਰਾ, ਪਤੀ ਵਰਤਾ ਧਰਮ ਦੁਆਰਾ ਰੋਜ਼ ਕਾਬਲ ਤੋਂ ਆ ਜਾਂਦੀ ਹਾਂ, ਸੇਵਾ ਕਰਦੀ ਰਹਿੰਦੀ ਹਾਂ ਅਤੇ ਰਾਤ ਪਈ ਤੇ ਫਿਰ ਪਤੀ ਦੀ ਸੇਵਾ ਵਿੱਚ ਜਾ ਹਾਜ਼ਰ ਹੁੰਦੀ ਹਾਂ। ਇਹ ਮਹਾਰਾਜ ਗਰੀਬ ਨਵਾਜ਼ੀ, ਪਤੀ ਵਰਤਾ ਧਰਮ ਮੇਰੇ ਵਿੱਚ ਤਾਕਤ ਹੈ। ਬੀਬੀ ਨੇ ਪਹਿਲਾਂ ਕਿਹਾ ਸੀ ਕਿ ਸ਼ਕਤੀ ਆਪ ਜੀ ਦੀ ਕਿਰਪਾ ਦੁਆਰਾ ਆਈ ਹੈ, ਹੁਣ ਪਤੀ ਵਰਤਾ ਧਰਮ ਕਰਕੇ ਆਈ ਕਹਿ ਦਿੱਤਾ। ਬੀਬੀ ਦੀ ਕਿਹੜੀ ਗੱਲ ਸੱਚੀ ਹੈ? ਸੁਣ ਕੇ ਹਜ਼ੂਰ ਨੇ ਕਿਹਾ, ਬੀਬੀ ਹੋਰ ਵੀ ਸਤੀ ਹੈ, ਜਿਸ ਨੇ ਆਪਣੇ ਪਤੀ ਵਰਤਾ ਧਰਮ ਕਰਕੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਫਿਰ ਦੇਵਤਿਆਂ ਨੇ ਉਸ ਦਾ ਪਤੀ ਜਿਉਂਦਾ ਕੀਤਾ ਸੀ, ਤਾਂ ਫਿਰ ਸੂਰਜ ਚੜ੍ਹ ਸਕਿਆ ਸੀ। ਇਸ ਪ੍ਰਕਾਰ ਬੀਬੀ ਦੇ ਗੁਣ ਹਨ। ਇਹ ਸਤਿਆਵਾਨ ਸਵਿਤਰੀ ਨਾਮਕ ਪੁਰਾਣਕ ਕਹਾਣੀ ਹੈ। ਜਿਸ ਗੁਰਬਾਣੀ ਦਾ ਪੱਲਾ ਅਸੀਂ ਫੜਿਆ ਮੰਨਦੇ ਹਾਂ, ਉਹ ਅਜਿਹੀਆਂ ਕਰਾਮਾਤਾਂ ਨੂੰ ਮਾਨਤਾ ਨਹੀਂ ਦਿੰਦੀ। ਸਗੋਂ ਪੁਸਤਕ ਦੇ ਦੂਜੇ ਭਾਗ ਦੇ 6ਵੇਂ ਕਾਂਡ ਦੇ 9ਵੇਂ ਤੇ 12ਵੇਂ ਲੇਖ ਤੱਕ ਇਤਿਹਾਸ ਦੀ ਇੱਕ ਇਸ ਦੁਖਦਾਈ ਘਟਨਾ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਸੈਂਕੜੇ ਮਰ ਜੀਵੜਿਆਂ, ਸਿੰਘ ਬੀਬੀਆਂ ਲਾਹੌਰ, ਸ਼ਹੀਦਗੰਜ, ਮੰਨੂ ਦੀ ਕੈਦ ਵਿੱਚ ਸਵਾ ਮਣ ਦਾਣੇ ਪੀਂਦੇ ਰਹੀਆਂ ਅਤੇ ਉਹਨਾਂ ਦੇ ਗਲਾਂ ਵਿੱਚ ਉਹਨਾਂ ਦੇ ਹੀ ਬੱਚਿਆਂ ਦੇ ਟੋਟਿਆਂ ਦੇ ਹਾਰ ਪਾਏ ਗਏ। ਕਿ ਉਹਨਾਂ ਗੁਰਮੁਖ ਸਿੰਘਣੀਆਂ ਵਿੱਚੋਂ ਕੋਈ ਵੀ ਬੀਬੀ ਪੂਰਨ ਤੌਰ 'ਤੇ ਪਤੀ ਵਰਤਾ ਨਹੀਂ ਸੀ। ਹੈਰਾਨੀ ਹੈ ਕਿ ਤੀਜੀ ਪਾਤਸ਼ਾਹੀ ਤੱਕ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਤਾਂ ਅਜਿਹੀ ਸ਼ਕਤੀ ਸੀ ਕਿ ਮਾਈ ਸੇਵਾ ਵਰਗੀ ਪਤੀ ਵਰਤਾ ਇਸਤਰੀ ਕਾਬਲੋਂ ਉੱਡ ਕੇ ਗੋਇੰਦਵਾਲ ਤੜਕੇ ਹੀ ਆਪ ਪੁੱਜਦੀ ਅਤੇ ਸਾਰਾ ਦਿਨ ਬੌਲੀ ਦੀ ਸੇਵਾ ਕਰਨ ਉਪਰੰਤ ਸ਼ਾਮ ਨੂੰ ਆਪਣੇ ਘਰ ਪਰਤ ਸਕਦੀ ਸੀ, ਜੋ ਹਵਾਈ ਜਹਾਜ਼ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਪਰ 10ਵੇਂ ਸਰੂਪ ਤੱਕ ਦੇ ਗੁਰੂ ਉਪਦੇਸ਼ ਨੇ ਅਜਿਹੀ ਇੱਕ ਮਾਈ ਸੇਵਾ ਨਹੀਂ ਸੀ ਪੈਦਾ ਕੀਤੀ, ਜਿਹੜੀ ਮੀਰ ਮੰਨੂ ਦੀ ਕੈਦ ਵਿੱਚੋਂ ਉਡਾਰੀ ਮਾਰ ਕੇ ਲਾਹੌਰ ਤੋਂ 50-60 ਮੀਲ 'ਤੇ ਕਿਸੇ ਖਾਲਸਾ ਦਲ ਕੋਲ ਜਾ ਖਬਰਾਂ ਪਹੁੰਚਾਉਂਦੀ। ਫਿਰ ਦਸ਼ਮੇਸ਼ ਜੀ ਦੀ ਮਾਤਾ ਜੀ, ਜਗਤ ਮਾਤਾ ਗੁਜਰੀ ਜੀ ਬਾਰੇ ਇਹਨਾਂ ਸੰਤਾਂ ਮਹਾਂਪੁਰਖਾਂ ਦਾ ਕੀ ਵਿਚਾਰ ਹੈ? ਉਹ ਵੀ ਤਾਂ ਸਰਹੰਦ ਦੇ ਠੰਡੇ ਬੁਰਜ ਵਿੱਚ ਸਾਹਿਬਜ਼ਾਦਿਆਂ ਦੇ ਸਮੇਤ ਕੈਦ ਰਹਿ ਕੇ ਸ਼ਹੀਦੀ ਪਾ ਗਏ ਸਨ। ਕਿ ਉਹ ਵੀ ਮਾਈ ਸੇਵਾ ਦੇ ਤੋਲ ਨਾ ਪੁੱਜ ਸਕੇ, ਜੋ ਉਡਾਰੀ ਮਾਰ ਕੇ ਦਸ਼ਮੇਸ਼ ਜੀ ਕੋਲ ਜਾ ਪੁੱਜਦੇ? ਕਿ ਉਹ ਵੀ ਪਤੀ ਵਰਤਾ ਨਹੀਂ ਸਨ? ਅਜਿਹੇ ਕਈ ਪ੍ਰਸ਼ਨਾਂ ਅਥਵਾ ਸ਼ੰਕਿਆਂ ਨੂੰ ਜਨਮ ਦੇਣ ਵਾਲੀ ਇਹ ਸੰਤਾਂ ਦੀ ਲਿਖੀ ਕਹਾਣੀ ਸੱਚੀ ਕਿਵੇਂ ਮੰਨ ਲਈ ਜਾਵੇ? ਇਸਤਰੀ ਨੂੰ ਸ਼ੂਦਰ ਵਾਂਗ ਮਰਦ ਦੀ ਗੁਲਾਮ ਬਣਾ ਲੈਣ ਲਈ ਅਜਿਹੀਆਂ ਨਰਮੂਲ ਕਹਾਣੀਆਂ ਵਿਪਰ ਨੇ ਘੜੀਆਂ ਸਨ। ਉਸ ਨੇ ਇਸਤਰੀ ਨੂੰ ਵੇਦਾਂ ਦਾ ਪਾਠ ਕਰਨ ਦਾ ਅਥਵਾ ਕਿਸੇ ਧਰਮ ਕਰਮ ਵਿੱਚ ਹਿੱਸਾ ਲੈਣ ਦਾ ਅਧਿਕਾਰ ਤਾਂ ਦਿੱਤਾ ਨਹੀਂ ਸੀ, ਪਰ ਪਤੀ ਵਰਤਾ ਰਹਿਣ ਤੋਂ ਅਤੇ ਪਤੀ ਦੀ ਜਾਇਜ਼ ਨਜਾਇਜ਼ ਸੇਵਾ ਕਰਨ ਤੋਂ ਕਈ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਦੀ ਮਾਲਕ ਬਣੀ ਦਰਸਾ ਦਿੱਤਾ। ਬ੍ਰਾਹਮਣ ਨੇ ਇਸਤਰੀ ਨੂੰ ਉੱਲੂ ਬਣਾਈ ਰੱਖਣ ਲਈ ਧਰਮ ਗ੍ਰੰਥਾਂ ਵਿੱਚ ਇੱਥੋਂ ਤੱਕ ਲਿਖ ਦਿੱਤਾ ਕਿ ਸਤਿਆਵਾਨ ਦੀ ਮੌਤ ਹੋ ਜਾਣ 'ਤੇ ਉਸ ਕਥਿਤ ਰਾਜੇ ਦੀ ਘਰ ਦੀ ਸਾਵਿਤਰੀ ਨੇ 7 ਦਿਨ ਸੂਰਜ ਨਹੀਂ ਸੀ ਚੜ੍ਹਨ ਦਿੱਤਾ, ਤਾਂ ਘਬਰਾ ਕੇ ਦੇਵਤਿਆਂ ਨੇ ਮੁਰਦਾ ਸਤਿਆਵਾਨ ਰਾਜੇ ਨੂੰ ਜਿਉਂਦਾ ਕਰ ਦਿੱਤਾ ਸੀ ਅਤੇ ਬੀਬੀ ਸਵਿਤਰੀ ਤੋਂ ਸੂਰਜ ਦੀ ਜਿੰਦ ਛੁਡਾਈ। ਸੰਤ ਜੀ ਆਪਣੇ ਆਪ ਨੂੰ ਵਿਦਿਆ ਮਾਰਤੰਡ ਭਾਵ ਵਿਦਿਆ ਦੇ ਸੂਰਜ ਲਿਖਦੇ ਰਹੇ, ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਰਾਤ ਮਾਰਤੰਡ ਸੂਰਜ ਦੀ ਚਾਲ ਤੋਂ ਨਹੀਂ, ਸਗੋਂ ਪ੍ਰਿਥਵੀ ਚੱਕਰ ਤੋਂ ਬਣਦੇ ਹਨ। ਜਦ ਅਸਮਾਨੀ ਵਸਦਾ ਸੂਰਜ ਧਰਤੀ ਤੋਂ ਕਦੇ ਡੁੱਬਦਾ ਹੀ ਨਹੀਂ, ਉਸ ਦੇ ਚੜ੍ਹਨ ਦੀ ਸਮੱਸਿਆ ਕਿਵੇਂ ਪੈਦਾ ਹੋ ਸਕਦੀ ਸੀ? ਅੱਜ ਸਾਇੰਸ ਦੇ ਯੁੱਗ ਵਿੱਚ ਜਦ ਇਹ ਸਿੱਧ ਹੋ ਚੁੱਕਾ ਹੈ ਕਿ ਸੂਰਜ, ਚੰਦ
ਧਰਤੀ ਆਦਿ ਨਛੱਤਰਾਂ ਦੀ ਚਾਲ ਵਿੱਚ ਜੇ ਜ਼ਰਾ ਜਿੰਨਾ ਵੀ ਫਰਕ ਆ ਜਾਵੇ ਤਾਂ ਸਾਰੇ ਬ੍ਰਹਿਮੰਡ ਵਿੱਚ ਭਿਆਨਕ ਟਕਰਾਓ ਵਾਪਰ ਕੇ ਤਬਾਹੀ ਮਚ ਸਕਦੀ ਹੈ। ਪਰ ਬ੍ਰਾਹਮਣ ਦੇ ਲਿਖਣ ਢੰਗ ਦੀ ਕਰਾਮਾਤ ਹੈ ਕਿ ਅਸੀਂ ਅੱਜ ਵੀ ਸਤਿਆਵਾਨ ਸਵਿਤਰੀ ਦੀ ਕਥਾ ਵਰਗੀਆਂ ਕਹਾਣੀਆਂ ਸੁਣਾ ਕੇ ਆਪਣੀਆਂ ਧੀਆਂ ਭੈਣਾਂ ਨੂੰ ਵਿਅਰਥ ਦੇ ਭਰਮਾਂ ਵਿੱਚ ਫਸਾ ਰਹੇ ਹਾਂ। ਬ੍ਰਾਹਮਣੀ ਝੂਠ ਦੀ ਉਪਜ ਅਜਿਹੀਆਂ ਕਹਾਣੀਆਂ ਨੂੰ ਗੁਰਮਤਿ ਰਹਿਤ ਮਰਜ਼ਾਦਾ ਦਾ ਹਿੱਸਾ ਬਣਾਉਣਾ ਕੇਵਲ ਗੁਰਮਤਿ ਸਿਧਾਂਤ ਦੀ ਖੰਡਣਾ ਹੀ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਜੀ ਦੇ ਸੁਜਾਨ ਪੰਥ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਹਾਸੋਹੀਣਾ ਬਣਾਉਣ ਦਾ ਦੋਸ਼ ਵੀ ਹੈ। ਭਾਗ ਐੜਾ ਗੁਰਬਾਣੀ ਵਿੱਚੋਂ ਚੁਣੇ ਹੋਏ ਗੁਰੂ ਸ਼ਬਦਾਂ ਦੇ ਤੇ ਤੰਤਰ ਸ਼ਾਸਤਰ ਵਿੱਚ ਦੱਸੀ ਵਿਧੀ ਅਨੁਸਾਰ ਜਾਪ ਦੇ ਚਿਲੇ ਕੱਟਣੇ ਅਤੇ ਗੁਰੂ ਸ਼ਬਦ ਨੂੰ ਜਾਦੂ ਟੂਣਿਆਂ ਵਾਂਗ ਸਿੱਧ ਕਰਦਿਆਂ ਉਹਨਾਂ ਤੋਂ ਕਰਾਮਾਤੀ ਚਮਤਕਾਰ ਹੋ ਸਕਣ ਦਾ ਬ੍ਰਾਹਮਣੀ ਭਰਮ ਪਾਇਆ ਹੋਇਆ ਹੈ ਅਤੇ ਪ੍ਰਥਮ ਮਹਾਨ ਬਾਣੀ ਮੂਲ ਮੰਤਰ ਦੇ ਸਰੂਪ ਨੂੰ ਵਿਗਾੜਨ ਵਾਲੀ ਅਵਗਿਆ ਕੀਤੀ ਹੋਈ ਹੈ। ਭਾਗ ਈੜੀ ਇਹ ਗੱਲ ਸਮਝਾਉਣ ਲਈ ਕਿ ਗਰਭ ਧਾਰਨ ਵੇਲੇ ਜਿਹੜਾ ਵੀ ਜੀਵ ਪਸ਼ੂ ਜਾਂ ਮਨੁੱਖ ਇਸਤਰੀ ਦੇ ਮੱਥੇ ਲੱਗਦਾ ਹੈ ਉਸ ਦਾ ਅਸਰ ਗਰਭ ਵਿੱਚ ਆਏ ਬੱਚੇ 'ਤੇ ਪੈ ਜਾਂਦਾ ਹੈ। ਸਤਵੇਂ ਪਾਤਸ਼ਾਹ ਜੀ ਦੇ ਨਾਮ ਨਾਲ ਜੋੜੀ ਹੋਈ ਬੜੀ ਅਣਹੋਣੀ ਅਤੇ ਗੁਰਮਤਿ ਸਿਧਾਂਤ ਦੀ ਖੰਡਣਾ ਕਰਨ ਵਾਲੀ ਝੂਠ ਕਹਾਣੀ ਇਹਨਾਂ ਸ਼ਬਦਾਂ ਵਿੱਚ ਲਿਖੀ ਹੋਈ ਹੈ। ਹਜ਼ੂਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਸ ਵਕਤ ਕਾਲੇ ਦਾ ਜੰਗ ਕਰਵਾ ਕੇ ਫੂਲਕਿਆਂ ਦੀ ਜਿੱਤ ਕਰਵਾਉਣ ਲੱਗੇ ਸਨ, ਮਾਲਵੇ ਵਿੱਚ ਗੁਰੂਸਰ ਮਹਾਰਾਜ ਦੇ ਵਿੱਚ, ਉੱਥੇ ਜੈਦ ਪੁਰਾਣਾ ਬੜਾ ਭਾਰੀ ਯੋਧਾ ਸੀ। ਉਹ ਯੋਧਾ ਹੋਣ ਕਰਕੇ ਜਿੱਤਿਆ ਨਹੀਂ ਸੀ ਜਾਂਦਾ। ਉਹ ਜਿਸ ਵਕਤ ਕਾਲੇ 'ਤੇ ਬਰਛੀ ਲੈ ਕੇ ਪਿਆ, ਕਾਲੇ ਦੇ 2 ਦੰਦ ਭੱਜ ਗਏ। ਕਹਿਣ ਲੱਗਾ, ਸਤਿਗੁਰੂ ਜੀ ਆਪ ਤਾਂ ਕਹਿੰਦੇ ਸੀ ਜੈਦ ਪੁਰਾਣਾ ਬੜਾ ਬਲੀ ਹੈ, ਉਸ ਦੀ ਬਰਛੀ ਲੱਗੀ ਤੇ ਮੇਰੇ 2 ਦੰਦ ਹੀ ਤੋੜ ਸਕੀ ਹੈ, ਐਡਾ ਜ਼ੋਰ ਨਹੀਂ ਕਰ ਸਕੀ। ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ, ਨਹੀਂ ਭਾਈ, ਇਹ ਜੈਦ ਪੁਰਾਣਾ ਬੜਾ ਬਲੀ ਹੈ। ਉਹ ਜਿਸ ਵਕਤ ਮਾਤਾ ਦੇ ਉਦਰ ਵਿੱਚ ਆਇਆ ਸੀ ਉਸ ਦਿਨ ਦੀ ਗੱਲ ਹੈ ਕਿ ਜਿਸ ਵਕਤ ਇਸ ਦੀ ਮਾਤਾ ਸੁੱਤੀ ਪਈ ਸੀ ਕੋਠੇ 'ਤੇ, ਇੱਕ ਸ਼ੇਰ ਜੰਗਲ ਵਿੱਚੋਂ ਆਇਆ ਸੀ, ਛੱਪੜ 'ਤੇ ਪਾਣੀ ਪੀ ਕੇ ਬੋਕਿਆ ਸੀ। ਸ਼ੇਰ ਦੀ ਗਰਜ ਕੰਨਾਂ ਵਿੱਚ ਪੈਣ ਕਰਕੇ ਸੁੱਤੀ ਜਾਗ ਪਈ ਅਤੇ ਪਾਣੀ ਦੇ ਵਿੱਚ ਸ਼ੇਰ ਦਾ ਮੂੰਹ ਦਿਸਿਆ ਤੇ ਚੜ੍ਹਦਾ ਸੂਰਜ ਮੱਥੇ ਲੱਗਾ। ਉਸ ਕਰਕੇ ਜੈਦ ਪੁਰਾਣੇ ਵਿੱਚ ਤਾਕਤ ਸੀ, ਉਹ ਬੜਾ ਬਲੀ ਸੀ, ਉਸ ਦੇ ਬਲ ਦਾ ਅੰਤ ਨਹੀਂ ਸੀ। ਕਾਲਿਆ, ਤੂੰ ਇਉਂ ਨਾ ਸਮਝ ਲਈ ਕਿ ਉਸ ਦੀ ਬਰਛੀ ਨੇ ਮੇਰੇ 2 ਦੰਦ ਹੀ ਭੰਨੇ ਹਨ। ਅਸੀਂ ਤੇਰੀ ਰੱਖਿਆ ਕਰਨ ਵਾਸਤੇ ਆਪਣੇ ਹੱਥ ਵਿੱਚ ਲੋਹੇ ਦੀ ਐਰਣ ਪਕੜੀ ਹੋਈ ਸੀ ਅਤੇ ਉਸ ਦੇ ਡੌਲਿਆਂ ਨੂੰ ਬੀਰ ਚੰਬੜੇ ਹੋਏ ਸਨ ਅਤੇ 2 ਸੂਰਮੇ ਲੱਤਾਂ ਨੂੰ ਚੰਬੜੇ ਪਏ ਸਨ। ਫਿਰ ਵੀ ਉਸਨੇ ਜਦੋਂ ਬਰਛੀ ਮਾਰੀ, ਸਾਡੀ ਹਥੇਲੀ ਵਿੱਚ ਅੱਗੇ ਐਰਣ ਫੜੀ ਹੋਈ ਸੀ। ਬਰਛੀ ਨੂੰ ਅਸੀਂ ਐਰਣ 'ਤੇ ਰੱਖਿਆ ਹੋਇਆ, ਫਿਰ ਵੀ ਸਾਡੀ ਹਥੇਲੀ ਵਿੱਚ ਜੋ ਐਰਣ ਫੜੀ ਸੀ ਉਸ ਨੂੰ ਵਿੰਨ ਕੇ ਸਾਡੀ ਤਲੀ ਵਿੱਚ ਬਰਛੀ ਲੱਗੀ ਸੀ। ਤਲੀ ਦਾ ਜ਼ਖਮ ਮਹਾਰਾਜ ਨੇ ਦਿਖਾਇਆ ਅਤੇ ਉਹ ਤਲੀ 'ਤੇ ਲੱਗ ਕੇ ਬਰਛੀ ਠਹਿਰ ਗਈ। ਉਸ ਦੇ ਧੱਕੇ ਨੇ ਤੇਰੇ 2 ਦੰਦ ਭੰਨੇ ਹਨ, ਨਹੀਂ ਤਾਂ ਤੈਨੂੰ ਛੱਡਣਾ ਨਹੀਂ ਸੀ। ਇਹ ਸੋਚ ਲੈ, ਐਡਾ ਵੱਡਾ ਬਲੀ ਜੈਦ ਪੁਰਾਣਾ ਸੀ। ਗੁਰਮਤ ਵਿਰੋਧੀ ਅਜਿਹੀ ਝੂਠ ਗਾਥਾ ਦੀ ਜਰਾ ਜਿੰਨੀ ਵੀ ਪਰਵਾਹ ਕਰਨੀ, ਅਜਿਹੀ ਕਹਾਣੀ ਲਿਖਣੀ ਅਥਵਾ ਸੁਣਨੀ ਸਮਾਂ ਨਸ਼ਟ ਕਰਨ ਵਾਲੀ ਗੱਲ ਹੈ। ਪਰ ਪੰਥ ਵਿੱਚ ਬੜੀ ਉਚੇਚੀ ਥਾਂ ਮੱਲੀ ਬੈਠੇ ਦਮਦਮੀ ਟਕਸਾਲ ਦੇ ਸੰਚਾਲਕ ਮਹਾਂਪੁਰਖਾਂ ਦੀ ਵਿਦਵਤਾ ਅਤੇ ਗੁਰਮੁਖਤਾਈ ਦੀ ਅਸਲੀਅਤ ਤੇ ਦਰਸ਼ਨ ਪਾਠਕਾਂ ਨੂੰ ਕਰਾਉਣੇ ਜ਼ਰੂਰੀ ਸਨ। ਪਹਿਲਾਂ ਜੈਦ ਪੁਰਾਣਾ ਆਪਣੀ ਮਾਂ ਦੇ ਉਦਰ ਵਿੱਚ ਆਉਂਦਾ ਹੈ ਤੇ ਮਾਂ ਸੌਂ ਜਾਂਦੀ ਹੈ। ਸਪਸ਼ਟ ਹੈ ਕਿ ਸਮਾਂ ਰਾਤ ਦਾ ਹੀ ਸੀ, ਕਿਉਂਕਿ ਜੰਗਲੀ ਜਾਨਵਰ ਖਾਸ ਕਰਕੇ ਸ਼ੇਰ ਦਿਨ ਵੇਲੇ ਪਿੰਡਾਂ ਦੇ ਨੇੜੇ ਨਹੀਂ ਆਉਂਦੇ। ਸੋ ਗਾਥਾ ਅਨੁਸਾਰ ਉਸੇ ਰਾਤ ਸ਼ੇਰ ਛੱਪੜ 'ਤੇ ਪਾਣੀ ਪੀਂਦਾ ਹੋਇਆ ਬੁੱਕਦਾ ਹੈ। ਕੋਠੇ 'ਤੇ ਸੁੱਤੀ ਪਈ ਬੀਬੀ ਨੂੰ ਜਾਗ ਆ ਜਾਂਦੀ ਹੈ ਅਤੇ ਉੱਥੋਂ ਹੀ ਉਸ ਬੀਬੀ ਨੂੰ ਛੱਪੜ ਦੇ ਪਾਣੀ ਵਿੱਚੋਂ ਸ਼ੇਰ ਦਾ ਮੂੰਹ ਦਿਸ ਪੈਂਦਾ ਹੈ। ਫਿਰ ਉਸੇ ਵੇਲੇ ਹੀ ਸੂਰਜ ਵੀ ਮੱਥੇ ਆ ਲੱਗਦਾ ਹੈ। ਲੋਹੇ ਦੀ ਐਰਣ ਨੂੰ ਭਾਵੇਂ ਤੋਪ ਦਾ ਗੋਲਾ ਮਾਰਿਆ ਜਾਵੇ ਤਾਂ ਵੀ ਉਹ ਐਰਣ ਨੂੰ ਉਡਾ ਕੇ ਤਾਂ ਬੇਸ਼ੱਕ ਲੈ ਜਾਵੇ, ਪਰ ਕੋਈ ਗੋਲੀ ਜਾਂ ਗੋਲਾ ਲੋਹਾਰ ਦੀ ਐਰਣ ਦੇ ਵਿੱਚ ਦੀ ਕਿਸੇ ਵੀ ਹਾਲਤ ਵਿੱਚ ਨਹੀਂ ਲੰਘ ਸਕਦਾ। ਇੱਧਰ ਸੰਤ ਜੀ ਸਤਿਗੁਰਾਂ ਕੋਲੋਂ ਅਖਵਾ ਰਹੇ ਹਨ ਕਿ ਜੈਦੇ ਦੀ ਬਰਛੀ ਲੋਹੇ ਦੀ ਐਰਣ ਦੇ ਵਿਚਲੀ ਲੰਘ ਕੇ ਗੁਰੂ ਸਾਹਿਬ ਦੇ ਹੱਥ ਵਿੱਚ ਖੁੱਭ ਗਈ। ਫਿਰ ਇਹ ਵੀ ਸਤਿਗੁਰਾਂ ਦਾ ਹੀ ਕਹਿਣਾ ਹੈ ਕਿ ਹੱਥ ਦੇ ਧੱਕੇ ਨਾਲ ਕਾਲੇ ਦੇ 2 ਦੰਦ ਟੁੱਟੇ ਸਨ। ਉਧਰ ਜਿਸ ਦੇ ਦੰਦ ਟੁੱਟੇ ਸਨ
ਉਹ ਕਾਲਾ ਇਹ ਕਹਿ ਰਿਹਾ ਹੈ ਕਿ ਉਸਦੇ ਦੰਦ ਬਰਛੀ ਲੱਗ ਕੇ ਟੁੱਟੇ ਹਨ। ਜੈਦ ਦੇ ਡੋਲੇ ਨੂੰ 2 ਬੀਰ ਚਿੰਬੜੇ ਹੋਏ ਕਾਲੇ ਨੂੰ ਕਿਸ ਕਾਰਨ ਨਜ਼ਰ ਨਾ ਆਏ। ਏਡਾ ਝੂਠ ਸਤਿਗੁਰਾਂ ਦੇ ਮੂੰਹੋਂ ਅਖਵਾਉਣ ਲੱਗਿਆਂ ਮਹਾਂਪੁਰਖਾਂ ਦਾ ਦਿਲ ਜ਼ਰਾ ਨਹੀਂ ਸੰਗਿਆ। ਆਪਣੇ ਇਸ਼ਟ ਨੂੰ ਹਾਸੋਹੀਣਾ ਬਣਾਉਣ ਦੀ ਕਰਤੂਤ ਵਿੱਚ ਇਹ ਟਕਸਾਲੀ ਡੇਰੇਦਾਰ ਬ੍ਰਾਹਮਣ ਨਾਲੋਂ 100 ਕਦਮ ਅੱਗੇ ਲੰਘ ਤੁਰੇ ਹਨ। ਅਜਿਹੇ ਅਕਲ ਦੇ ਅੰਨੇ ਡੇਰੇਦਾਰ ਜਿਸ ਕੌਮ ਦੀ ਬੇੜੀ ਦੇ ਮਲਾਹ ਬਣ ਜਾਣ, ਉਸ ਨੇ ਪਾਰ ਕਿੱਥੋਂ ਲੰਘਣਾ ਸੀ। ਖਾਲਿਸਤਾਨ ਲੈਂਦੇ ਲੈਂਦੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਿਆਂ ਤਲਾਸ਼ੀ ਕਰਾਉਣ ਵਾਲੀ ਗੁਲਾਮਾਂ ਵਾਲੀ ਨਮੋਸ਼ੀ ਝੱਲਣੀ ਪੈਣ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿਆਸੀ ਤਕਰੀਰਾਂ ਦੀ ਪੰਥਕ ਆਜ਼ਾਦੀ ਵੀ ਗਵਾ ਲਈ। ਘਰੋਂ ਗਏ ਫਰੰਗੀ ਦੇ ਮਾਰਨ ਨੂੰ ਸਗੋਂ ਚਾਬੀਆਂ ਹੱਥ ਫੜਾ ਆਏ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੈ, ਆਪ ਮੁਸੇ ਮਤ ਹੋਸ਼ੀਏ ਕਿਉਂ ਰਾਹ ਪਛਾਣੈ, ਕਿਉਂ ਰਾਹ ਜਾਵੇ ਮਹਿਲ ਪਾਵੇ, ਅੰਧ ਕੀ ਮਤ ਅੰਧੁਲੀ, ਵਿਣ ਨਾਮ ਹਰ ਕੇ ਕਛ ਨ ਸੂਝੈ, ਅੰਧ ਬੂੰਡੋ ਧੰਦਲੀ, ਦਿਨ ਰਾਤ ਚਾਨਣ ਚਾਓ ਉਪਜੇ, ਸ਼ਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪੈ ਕਰ ਬੇਨੰਤੀ, ਰਾਹ ਪਾਦਰ ਗੁਰ ਦਸੈ। ਪੰਨਾ 767। ਗਰਭਵਤੀ ਮਾਤਾ ਦਾ ਸ਼ੁਭ ਵਿਚਾਰਾਂ ਵਾਲੀ ਹੋਣਾ, ਧਾਰਮਿਕ ਵਾਤਾਵਰਣ ਵਾਲੇ ਪਵਿੱਤਰ ਮਾਹੌਲ ਵਿੱਚ ਰਹਿਣਾ, ਸੂਰਬੀਰ ਗੁਰਮੁਖ ਯੋਧਿਆਂ ਦੀਆਂ ਜੀਵਨੀਆਂ ਪੜ੍ਹਨੀਆਂ ਸੁਣਨੀਆਂ, ਪ੍ਰਭੂ ਦੀਆਂ ਵਡਿਆਈਆਂ ਦੀ ਯਾਦ ਨਾਲ ਜੁੜੇ ਰਹਿਣਾ ਅਥਵਾ ਚੰਗੀ ਪੌਸ਼ਟਿਕ ਖੁਰਾਕ ਖਾਣ ਨਾਲ ਗਰਭ ਵਿਚਲੇ ਬੱਚੇ ਦੇ ਸੁਭਾਅ 'ਤੇ ਅਰੋਗਤਾ ਅਤੇ ਚੰਗਾ ਅਸਰ ਪੈਣ ਦੀ ਸੰਭਾਵਨਾ ਜ਼ਰੂਰ ਬਣਦੀ ਹੈ। ਪਰ ਜਨਮ ਸਮੇਂ ਦਾਈ ਦਾ ਸਿੱਖਣੀ ਹੋਣਾ ਜਾਂ ਬੱਚੇ ਨੂੰ ਉੱਚੀ ਆਤਮਾ ਵਾਲਾ ਮਹਾਂਪੁਰਖ ਬਣਾਉਣ ਲਈ ਕਰਮਕਾਂਡੀ ਵਿਧੀਆਂ ਵਾਲੇ ਪਖੰਡ ਕਰਨੇ ਨਿਰਾ ਭਰਮ ਹੈ। ਭਿੰਡਰੀ ਦਮਦਮੀ ਟਕਸਾਲ ਚਾਲੂ ਕਰਨ ਵਾਲੇ ਬਾਲਕ ਸੁੰਦਰ ਸਿੰਘ ਨੂੰ ਮਹਾਂਪੁਰਖ ਬਣਾ ਲੈਣ ਦੀਆਂ ਜੋ ਵਿਧੀਆਂ ਪੁਸਤਕ ਦੇ 33 ਸਫ਼ੇ 'ਤੇ ਲਿਖੀਆਂ ਹਨ, ਜੇ ਅਜਿਹੀਆਂ ਵਿਧੀਆਂ ਨਾਲ ਬੱਚੇ ਮਹਾਂਪੁਰਖ ਬਣ ਸਕਦੇ ਹੁੰਦੇ ਤਾਂ ਜਿਸ ਨੂੰ ਦਿਲ ਕਰੇ ਬੜਾ ਵੱਡਾ ਮਹਾਂਪੁਰਖ ਬਣਾਇਆ ਜਾ ਸਕਦਾ ਹੈ। ਫਿਰ ਅਜਿਹਾ ਭਾਣਾ ਕਦੇ ਨਾ ਵਰਤਦਾ ਕਿ ਉਸੇ ਮਾਤਾ ਪਿਤਾ ਦੇ ਘਰ ਪੈਦਾ ਹੋਏ 2 ਬੱਚਿਆਂ ਵਿੱਚੋਂ ਇੱਕ ਸਮਾਜ ਦਾ ਦੁਸ਼ਮਣ ਅਤੇ ਦੇਸ਼ ਦੇ ਕਾਨੂੰਨ ਦਾ ਅਪਰਾਧੀ ਬਣ ਕੇ ਸਦਾ ਜੇਲ੍ਹਾਂ ਵਿੱਚ ਹੀ ਉਮਰ ਗੁਜ਼ਾਰਦਾ ਰਿਹਾ ਅਤੇ ਦੂਜਾ ਸਮਾਜ ਸੇਵਕ ਅਤੇ ਦੇਸ਼ ਦੇ ਕਾਨੂੰਨ ਦੀ ਰੱਖਿਆ ਕਰਨ ਵਾਲਾ ਬੜਾ ਵੱਡਾ ਅਫਸਰ ਬਣਿਆ ਰਾਜ ਭੋਗ ਰਿਹਾ ਹੋਵੇ। ਟਕਸਾਲੀ ਮਹਾਂਪੁਰਖਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਿੱਖ ਨੂੰ ਗੁਰੂ ਦੀ ਦੱਸੀ ਸਿੱਖਿਆ ਦੇ ਅਸਲ ਭੇਦ ਨੂੰ ਸਮਝਾ ਕੇ ਤੱਤ ਗਿਆਨ ਨਾਲ ਜੋੜਨ। ਸੰਤ ਗਿਆਨੀ ਵਿਦਿਆ ਮਾਰਤੰਡ ਧਾਰਮਿਕ ਮਹਾਂਪੁਰਖਾਂ ਕੋਲੋਂ ਇਹ ਆਸ ਕਦਾਚਿਤ ਨਹੀਂ ਰੱਖੀ ਜਾਂਦੀ ਕਿ ਉਹ ਬ੍ਰਾਹਮਣੀ ਢੰਗ ਵਰਤਦਾ ਹੋਇਆ ਝੂਠੀਆਂ ਕਥਾ ਕਹਾਣੀਆਂ ਨੂੰ ਗੁਰੂ ਦੇ ਸਿੱਖਾਂ ਨੂੰ ਭਰਮੀ ਬਣਾਵੇ। ਨੰਬਰ 3, 5 ਪਿਆਰਿਆਂ ਦੁਆਰਾ ਪੰਥਕ ਵਿਧੀ ਅਨੁਸਾਰ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਦੀ ਮਰਜ਼ਾਦਾ ਦੇ ਥਾਂ ਕੇਵਲ ਇੱਕ ਹੀ ਸਿੰਘ ਜਪਜੀ ਸਾਹਿਬ ਦਾ ਪਾਠ ਕਰਕੇ ਕਿਰਪਾਨ ਨਾਲ ਅੰਮ੍ਰਿਤ ਤਿਆਰ ਕਰ ਸਕਣ ਦੀ ਵਿਧੀ ਸੰਤਾਂ ਨੇ ਪਤਾ ਨਹੀਂ ਕਿਸ ਅਧਿਕਾਰ ਨਾਲ ਗੁਰਮਤਿ ਰਹਿਤ ਮਰਜ਼ਾਦਾ ਦਾ ਹਿੱਸਾ ਬਣਾ ਦਿੱਤੀ ਹੋਈ ਹੈ। ਫਿਰ ਜਿਵੇਂ ਦੇਸ਼ ਕੌਮ ਤੇ ਐਮਰਜੈਂਸੀ ਆ ਪਈ ਹੋਵੇ, ਝਟਪਟ ਤਿਆਰ ਕੀਤੇ ਅੰਮ੍ਰਿਤ ਦੀਆਂ ਪੂਰੀਆਂ 7 ਬੂੰਦਾਂ ਕੁਰਬਾਨ ਦੀ ਨੋਕ ਨਾਲ ਬੱਚੇ ਦੇ ਮੂੰਹ ਵਿੱਚ ਪਾਉਣ ਦੀ ਮਰਜ਼ਾਦਾ ਦਾ ਨਵਾਂ ਮਨਮਤੀ ਭਰਮ। ਨੰਬਰ 4, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਗੁਰਮਤਿ ਮਰਜ਼ਾਦਾ ਨੂੰ ਬੇਲੋੜੀ ਸਮਝ ਕੇ ਨਿਰੋਲ ਆਪਣੀ ਮੱਤ ਅਨੁਸਾਰ ਮਰਜ਼ਾਦਾ ਲਿਖ ਕੇ ਵੰਡਣੀ ਗੁਰੂ ਅਤੇ ਗੁਰੂ ਪੰਥ ਤੋਂ ਬਗਾਵਤ ਦਾ ਐਲਾਨ ਹੈ। ਸਾਰੇ ਡੇਰੇਦਾਰ ਅਥਵਾ ਸੰਪਰਦਾਵਾਂ ਲਈ ਖੋਲ੍ਹ ਹੋ ਗਈ ਕਿ ਪੰਥਕ ਮੁੱਖ ਧਾਰਾ ਤੋਂ ਬਗਾਵਤ ਕਰਕੇ ਆਪਣੀ ਅੱਡਰੀ ਮਰਜ਼ਾਦਾ ਚਾਲੂ ਕਰ ਸਕਣ। ਫਿਰ ਜੇ ਸਿੱਖ ਜਗਤ ਦਾ ਹਰ ਪਰਿਵਾਰ ਆਪਣੀ ਮਰਜ਼ੀ ਦੀ ਮਰਜ਼ਾਦਾ ਬਣਾ ਲਵੇ ਤਾਂ ਰੋਕ ਕਿਹੜੀ ਰਹਿ ਗਈ। ਪਰ ਅਜਿਹੀ ਚਿੰਤਾ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਤਾਂ ਦਾਸ ਕਿਸ ਬਾਗ ਦੀ ਮੂਲੀ ਹੈ। ਨੰਬਰ 5, ਪੰਥਕ ਮਰਜ਼ਾਦਾ ਵਿੱਚ ਜੇ ਕੋਈ ਗੱਲ ਗੁਰਮਤਿ ਸਿਧਾਂਤ ਦੇ ਵਿਰੁੱਧ ਅਨੁਭਵ ਹੁੰਦੀ ਹੋਵੇ ਤਾਂ ਉਸ ਬਾਰੇ ਗੁਰਬਾਣੀ ਦੇ 4-5 ਸ਼ਬਦਾਂ ਦਾ ਹਵਾਲਾ ਦੇ ਕੇ ਲੋੜੀਂਦੀ ਸੋਧ ਕਰ ਲੈਣ ਲਈ ਸ਼੍ਰੋਮਣੀ ਜਥੇਦਾਰਾਂ ਨੂੰ ਲਿਖਣਾ ਅਥਵਾ ਉਹਨਾਂ 'ਤੇ ਜ਼ੋਰ ਪਾਉਣਾ ਹਰ ਗੁਰਸਿੱਖ ਦਾ ਧਾਰਮਿਕ ਫਰਜ਼ ਬਣਦਾ ਹੈ। ਭੁੱਲਣ ਅੰਦਰ ਸਭ ਕੋ ਕੇਵਲ ਗੁਰੂ ਪਰਮੇਸ਼ਰ ਹੀ ਅਭੁੱਲ ਹੈ। ਪੰਥਕ ਰਹਿਤ ਮਰਜ਼ਾਦਾ ਵੀ ਜੇ ਬ੍ਰਾਹਮਣੀ ਰੀਤੀ ਰਿਵਾਜ ਨੂੰ ਪੰਥ ਵਿੱਚ ਲਿਆ ਰਹੀ ਹੈ ਜਾਂ ਜੇ ਉਸ ਵਿੱਚ ਗੁਰਬਾਣੀ ਸਿਧਾਂਤ ਦੀ ਖੰਡਨ ਦਾ ਭਰਮ ਬਣੇ ਤਾਂ ਪੰਥ ਦੇ ਸਰਬਰਾਹਾਂ ਦੇ ਧਿਆਨ ਵਿੱਚ ਲਿਆਉਣਾ ਸੁਹਿਰਦ ਗੁਰਸਿੱਖਾਂ ਦਾ ਧਰਮ ਹੈ।
ਦਾਦੂ ਜੀ ਦੀ ਕਬਰ ਵੱਲ ਤੀਰ ਝੁਕਾਉਣ ਵਾਲੀ ਸਾਖੀ ਦਸ਼ਮੇਸ਼ ਜੀ ਨੇ ਇਸੇ ਮੰਤਵ ਨੂੰ ਮੁੱਖ ਰੱਖ ਕੇ ਵਰਤਾਈ ਸੀ ਕਿ ਗੁਰਮਤਿ ਸਿਧਾਂਤ ਦੀ ਉਲੰਘਣਾ ਕਰਨ ਵਾਲਾ ਭਾਵੇਂ ਕਿੱਡੀ ਵੀ ਵੱਡੀ ਧਾਰਮਿਕ ਪਦਵੀ ਵਾਲਾ ਧਾਰਮਿਕ ਆਗੂ ਹੋਵੇ ਤੇ ਭਾਵੇਂ ਬੜਾ ਸ਼ਕਤੀਸ਼ਾਲੀ ਸਿਆਸੀ ਤਾਕਤ ਦਾ ਮਾਲਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਕਿਉਂ ਨਾ ਹੋਵੇ, ਉਸ ਨੂੰ ਟੋਕਿਆ ਜਾ ਸਕਦਾ ਹੈ ਅਤੇ ਯੋਗ ਤਨਖਾਹ ਵੀ ਲਾਈ ਜਾ ਸਕਦੀ ਹੈ। ਅਜਿਹਾ ਯਤਨ ਕਰਨ ਦੀ ਲੋੜ ਨਾ ਸਮਝਣੀ ਅਤੇ ਪੰਥਕ ਮਰਜ਼ਾਦਾ ਦੇ ਥਾਂ ਨਵੀਂ ਮਰਜ਼ਾਦਾ ਬਣਾ ਕੇ ਸਿੱਖ ਜਗਤ ਨੂੰ ਪੰਥਕ ਮੁੱਖ ਧਾਰਾ ਤੋਂ ਤੋੜਨ ਦੇ ਯਤਨ ਆਰੰਭ ਕਰ ਦੇਣੇ ਪੰਥ ਪ੍ਰਤੀ ਸ਼ਰਧਾ ਨਹੀਂ ਮੰਨੀ ਜਾ ਸਕਦੀ। ਅਜਿਹੀ ਟਕਸਾਲੀ ਸੰਪਰਦਾ ਦਾ ਪੜ੍ਹਿਆ ਹੋਇਆ ਉਪਦੇਸ਼ਕ ਕਈ ਸਿੱਖਾਂ ਨੂੰ ਵਿਪਰਨ ਕੀ ਰੀਤ ਦਾ ਧਾਰਨੀ ਕਿਵੇਂ ਨਾ ਬਣਾਵੇਗਾ। ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਨ ਸੁਭਾਏ। ਪੰਨਾ 444। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਦੂਜੇ ਕਾਂਡ ਦਾ ਦੂਜਾ ਅਤੇ ਤੀਜਾ ਲੇਖ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।